Okay, good evening, students. So, our today's topic is Good evening, sir. sets. That's Sets the second part as we have to do laws of algebra. Of sets. बेटा theoretical जो चैप्टर है एक मैं थोड़ा ਜਿਹਾ ਕੱਲ ਵਾਲਾ ਤੁਹਾਨੂੰ ਦੁਬਾਰਾ ਡਿਸਕਸ ਕਰਾਂ ਕੱਲੀਆਂ ਵੈਨ ਡਾਇਗਰਾਮਸ ਲੌਸ ਤੋਂ ਪਹਿਲਾਂ ਥੋੜੀਆਂ ਜਿਹੀਆਂ ਡਾਇਗਰਾਮਸ ਦੇਖੋ ਜੇ ਇਹ ਯੂਨੀਵਰਸਲ ਸੈਟ ਸੀ ਆਪਣੇ ਕੋਲ ਤੁਸੀਂ ਦੱਸਣਾ ਅੱਜ ਵੀ what it means Union, sir. union A union B union means what A or B. हाँ जी, elements of A is present right either present in B or A. right ਕਿਉਂਕਿ ਬੇਟਾ ਮੈਂ ਸਾਰੇ ਕੁਐਸਚਨ ਟ੍ਰਿਕ ਦੇ ਨਾਲ ਕਰਵਾਣੇ ਆ ਬਾਅਦ ਦੇ ਵਿੱਚ ਕੱਲ ਨੂੰ ਜਿਹੜੇ ਹੋਣਗੇ ਅੱਜ ਥੋੜਾ ਜਿਹਾ ਪਾਰਟ ਆਪਣਾ ਲੌਜ਼ ਵਾਲਾ ਪੈਂਡਿੰਗ ਹੈ ਉਹ ਕਰਕੇ ਤਾਂ ਵੈਨ ਡਾਇਗਰਾਮ ਨਾਲ ਹੀ ਸਾਰੇ ਕੁਐਸਚਨ ਸੋਲਵ ਕਰਾਂਗੇ what it means Intersection, sir. intersection Intersection means common elements. common part बिल्कुल this is common this is complete है ना सादा लिख देना Yes, sir. whole part this is universal set this is what A minus B. this is A minus B very good this is what B minus A. B minus A this is B minus A this is what A complement. A complement it denotes A complement ये बेटा सारा कुछ क्लियर है this is what P minus Q
complement union no, Q minus P. Q minus P. Q minus P means this is symmetric difference. This is symmetric difference. ਇੰਨਾ clear ਬੇਟਾ? Yes, sir. ਚਲੋ ਹੁਣ ਆਪਾਂ ਆਉਂਦੇ ਹਾਂ laws ਦੇ ਉੱਤੇ. First is idempotent law. Idempotent law. If any set P is given, then P union P is what? P ਦੀ ਆਪਸ ਚ union. P, sir. P intersection P. P. Right. Second, identity law. Identity law. P union phi is what? P, This sir. is P. Very good. Second, P intersection universal set. P. This is again P. ਜੇ ਉਹੀ ਵੈਲਿਊ ਸੇਮ ਆ ਜਾਏ ਤਾਂ ਅਸੀਂ ਕੀ ਕਹਿੰਦੇ ਹੁੰਦੇ ਸੀਗੇ? phi and u. ਕੀ ਹੈ ਵੀ ਇਹ? These are identity elements for union and intersection. For union, phi ਤਾਂ ਹੈ union ਦੇ ਲਈ ਤੇ u ਹੈ ਕਿਹਦੇ ਲਈ ਵੀ? Union and intersection. Union and intersection. Clear? तेरे लास्ट लाइन क्या समझ नहीं आई? ਬੇਟਾ phi ਜਿਹੜੇ ਜੇ ਆਪਾਂ ਯੂਨੀਅਨ ਕਰਦੇ ਹਾਂ ਕਿਸੇ ਦੇ ਨਾਲ ਇਕੱਠਾ ਕਰਦੇ ਹਾਂ ਇਹਦਾ ਮਤਲਬ ਉਹੀ ਸੈੱਟ ਆ ਰਿਹਾ ਨਾ, ਸੇਮ ਸੈੱਟ ਆ ਰਿਹਾ ਹੋਏ ਤਾਂ ਉਹ ਐਲੀਮੈਂਟ ਜਿਹੜਾ ਹੈ ਆਪਣਾ ਆਇਡੈਂਟੀਟੀ ਐਲੀਮੈਂਟ ਹੁੰਦਾ. ਠੀਕ ਹੈ, ਦੇਖੋ ਜਿਵੇਂ ਆਪਾਂ ਐਡੀਸ਼ਨ ਦੇ ਵਿੱਚ ਲਿਖਦੇ ਹੁੰਦੇ ਆ ਨਾ, ਐਡੀਸ਼ਨ 'ਚ ਬਾਈਨਰੀ ਆਪਰੇਸ਼ਨਸ ਪੜ੍ਹਦੇ ਸੀਗੇ. ਐਡੀਸ਼ਨ 'ਚ ਮੰਨ ਲਓ ਕਿਸੇ ਵੈਲਿਊ 'ਚ ਮੈਂ 0 ਐਡ ਕੀਤਾ ਤਾਂ ਉਹੀ ਵੈਲਿਊ ਆ ਜਾਂਦੀ ਸੀ. ਹਾਂਜੀ ਸਰ. ਤਾਂ 0 ਆਇਡੈਂਟੀਟੀ ਐਲੀਮੈਂਟ ਹੁੰਦਾ ਸੀਗਾ ਜਦੋਂ ਸੇਮ ਆਨਸਰ ਆ ਜਾਏ. ਓਕੇ ਸਰ. ਜੇ ਯੂਨੀਅਨ ਦੇ ਨਾਲ ਮੈਂ phi ਲਗਾਇਆ ਤਾਂ p ਆ ਰਿਹਾ, ਇਹਦਾ ਮਤਲਬ ਜਿਹੜਾ phi ਹੈ ਇਹ ਆਇਡੈਂਟੀਟੀ ਐਲੀਮੈਂਟ ਹੈ. ਇੱਥੇ ਮੈਂ u ਲਗਾਇਆ ਇੰਟਰਸੈਕਸ਼ਨ, ਇਹਦਾ ਮਤਲਬ u ਵੀ ਕੀ ਹੈ? ਆਇਡੈਂਟੀਟੀ ਐਲੀਮੈਂਟ ਹੈ. ਇਟ ਗਿਵਸ ਸੇਮ ਆਨਸਰ. ਓਕੇ ਸਰ. ਯੈਸ ਸਰ, ਕਲੀਅਰ ਨਾउ. ठीक. Commutative law. बेटा ਜਿਹੜੀਆਂ ਕਲਾਸਿਸ ਤੁਹਾਨੂੰ ਲਗਾਈਆਂ ਜਾ ਰਹੀਆਂ ਇਸ ਦੇ ਨਾਲ ਤੁਸੀਂ ਜਿਨ੍ਹਾਂ ਦੀ ਪੋਸਟ ਗ੍ਰੈਜੂਏਸ਼ਨ ਹੈ ਨਾ ਤਾਂ ਲੈਕਚਰਰ ਕੇਡਰ ਵੀ ਅਪਲਾਈ ਕਰੀਓ. ਆਪਣੀ ਕਲਾਸਿਸ ਦੇ ਨਾਲ ਮਾਸਟਰ ਕੇਡਰ ਵੀ ਕਲੀਅਰ ਹੋਊਗਾ. ਆਪਣੇ ਮਾਸਟਰ ਕੇਡਰ ਤਾਂ ਹੋਊਗਾ ਹੀ, ਲੈਕਚਰਰ ਕੇਡਰ ਵੀ ਹੋਊਗਾ. ਇਸ ਤੋਂ ਬਾਅਦ ਬੇਟਾ ਕੁਝ ਸਿਲੇਬਸ ਰਹਿ ਜਾਂਦਾ ਹੈ ਜਿਨ੍ਹਾਂ ਨੇ ਬਾਅਦ ਚ UGC ਦੇਣਾ, ਉਹਦੇ ਲਈ ਮਹੀਨਾ ਡੇਢ ਮਹੀਨਾ ਅਲੱਗ ਲੈਣਾ ਪੈਂਦਾ ਆਪਾਂ ਨੂੰ. ਲੇਕਿਨ ਇਹਦੇ ਨਾਲ ਮਾਸਟਰ ਕੇਡਰ ਤੇ ਲੈਕਚਰਰ ਕੇਡਰ ਦੋਨੇ ਵਧੀਆ ਹੋ ਜਾਣਗੇ ਤੁਹਾਡੇ. P union Q, Q union P. This is commutative law. ਚਾਹੇ P ਦੀ U ਨਾਲ Q ਦੇ ਨਾਲ ਯੂਨੀਅਨ ਕਰੋ ਜਾਂ Q ਦੀ P ਦੇ ਨਾਲ ਸੇਮ ਮੀਨਿੰਗ ਹੈ. P intersection Q or Q intersection P. This is same thing. Is it clear? Yes sir.
Fourth is associative law. P union Q यूनियन आद लिखो किसी ਨੂੰ ਜੇ ਮੰਨ ਲਓ ਆਪਣੇ ਕੋਲ ਤਿੰਨ ਸੈੱਟ ਗਿਵਨ ਹੈ P Q and R if we have three sets P Q and R ਤਾਂ ਬੇਟਾ ਕਿਸੇ ਦੋ ਦੀ ਯੂਨੀਅਨ ਪਹਿਲਾਂ ਲਿਖ ਲਓ ਤੀਜੇ ਦੀ ਬਾਅਦ ਚ ਲਿਖ ਦਿਓ ਕੋਈ ਫਰਕ ਨਹੀਂ ਪੈਣ ਵਾਲਾ ਯੂਨੀਅਨ ਤਾਂ ਇਕੱਠਾ ਹੀ ਲਿਖਣਾ ਹੈ ਨਾ ਅਸੀਂ ਯੂਨੀਅਨ ਇਜ਼ ਲਾਈਕ ਐਡੀਸ਼ਨ ਆਈ ਇੰਟਰਸੈਕਸ਼ਨ ਦੇ ਵਿੱਚ ਹੈ ਬੇਟਾ ਕਾਮਨ ਹੀ ਲਿਖਣਾ ਹੈ ਤਾਂ ਕਿਸੇ ਚੋਂ ਵੀ ਕੱਢਾਂਗੇ ਤਾਂ ਕਾਮਨ ਐਂਡ ਦੇ ਉੱਤੇ ਸੇਮ ਹੀ ਬਚਣਾ ਹੈ this is very important law distributive law distributive law first P union Q intersection R बेटा बिल्कुल सेम उवें ही वर्क करदा थोड़ा याद रखने की गल है जिवें आपां 2 ਨੂੰ ਮਲਟੀਪਲਾਈ ਕਰੀਏ ਨਾ 3 ਤੇ x ਦੇ ਨਾਲ ਇਟ ਮੀਨਸ 2 into 3 ਹੋਊਗਾ ਤੇ 2 into x ਹੋਊਗਾ ਨਾ Yes, sir. ਬਿल्कुल सेम वे ਨਾਲ ਇਸ ਨੂੰ ਤੁਸੀਂ ਯਾਦ ਰੱਖ ਸਕਦੇ ਹੋ P union Q ਵਿੱਚ ਕੀ ਆ ਗਈ ਆਪਣੇ ਕੋਲ intersection P union R is it clear Yes, sir. ਜੇ ਆਪਣੇ ਕੋਲ ਇਹ ਇੰਟਰਸੈਕਸ਼ਨ ਹੋਇਆ ਸਰ ਇਹਨਾਂ ਦੇ ਮਿਡਲ 'ਚ ਇੰਟਰਸੈਕਸ਼ਨ ਹੀ ਲੈਣੀ ਹੈ ਹਾਂਜੀ ਹਾਂਜੀ ਜਿਹੜੀ ਅੰਦਰ ਬਿਲਕੁਲ ਲਾਈਨ ਲੈਣਾ ਹੈ ਜਿਹੜਾ ਅੰਦਰ ਹੋਊਗਾ ਉਹ ਲੈਣਾ ਹਾਂਜੀ ਹਾਂਜੀ ਇਸ ਦਾ ਕੀ ਬਣੂਗਾ ਕੰਪੈਰੀਟਿਵਲੀ P intersection Q union. यूनियन P intersection R. हाँ जी ठीक है भी एंड अगेन दिस इज वेरी इंपॉर्टेंट लॉ इस ते क्वेश्चन बनता है बेटा एग्जाम च 6 है ये डी मॉर्गन्स लॉ डी मॉर्गन लॉ की कहता है कि जे तुसी P यूनियन Q कंप्लीमेंट लिया ਕੰਪਲੀਮੈਂਟ ਬੇਟਾ ਇੱਕ ਇਹੋ ਜੀ ਚੀਜ਼ ਹੈ ਜਿਹੜੀ ਸਭ ਦੇ ਉੱਤੇ ਲੱਗਦੀ ਹੈ ਧਿਆਨ ਨਾਲ ਸੁਣਿਓ ਕਿਵੇਂ ਕੰਪਲੀਮੈਂਟ P ਦੇ ਉੱਤੇ ਵੀ ਲੱਗੂਗਾ ਯੂਨੀਅਨ ਤੇ ਵੀ ਲੱਗੂਗਾ Q ਤੇ ਵੀ ਲੱਗੂਗਾ ਬੇਟਾ P ਤੇ ਕੰਪਲੀਮੈਂਟ ਲੱਗਿਆ ਤਾਂ ਕੀ ਹੋਊਗਾ P the complement. P ਕੰਪਲੀਮੈਂਟ ਯੂਨੀਅਨ ਦਾ ਕੰਪਲੀਮੈਂਟ ਕੀ ਹੋਊਗਾ Intersection. ਇੰਟਰਸੈਕਸ਼ਨ ਵੈਰੀ ਗੁੱਡ Q ਦਾ ਕੰਪਲੀਮੈਂਟ ਕੀ ਹੋਊਗਾ Q ਡੈਸ਼ This is De Morgan's law ਜੇ ਇੱਥੇ ਆਪਣੇ ਕੋਲ ਹੁੰਦਾ P intersection Q complement ਤਾਂ ਕੀ ਆਣਾ ਸੀ ਬੇਟਾ P dash ਕੰਪਲੀਮੈਂਟ Union Q complement. union Q dash good clear to all जी sir. Okay. Yes sir. ਅੱਗੇ ਚੱਲਦਾ ਮੈਂ ਇੱਕ ਨੂੰ ਮੈਂ ਕੁਐਸਚਨ ਖੋਲਣਾ ਥੋੜੇ ਜਿਹੇ ਲੈਟ ਮੀ ਓਪਨ ਦਾ ਕੁਐਸਚਨਸ ਪੰਚਾਂ ਦਾ ਆਪਾਂ ਕੁਐਸਚਨ ਕਰਾਂਗੇ ਉਸ ਤੋਂ ਬਾਅਦ ਥੋੜਾ ਜਿਹਾ ਟੌਪਿਕ ਹੋਰ ਹੈ ਇਸ ਦਾ ਫਿਰ ਕੱਲ ਕਰਾਂਗੇ ਆਪਾਂ ਗ੍ਰੈਜੂਏਸ਼ਨ ਵਾਲਾ ਪਾਰਟ ਠੀਕ ਹੈ ਕੱਲ ਆਪਾਂ ਪਿਓਰਲੀ ਗ੍ਰੈਜੂਏਸ਼ਨ ਵਾਲਾ ਪਾਰਟ ਕਰਾਂਗੇ Okay sir. ਸਿੰਪਲ ਤੋਂ ਸਟਾਰਟ ਕਰਾਂਗੇ ਟਫ ਵੱਲ ਨੂੰ ਜਾਵਾਂਗੇ ਆਪਾਂ ਇਹ ਸੈਟ
is first option a group of objects, B option a collection of objects, C option a collection of similar objects, D option a well-defined collection of objects. D, sir. A well-defined collection. Right. D option is the right answer. कल ਆਪਾਂ पढ़ी सी definition याद होनी है ਤੁਹਾਡੇ है ना। चलो next question. Question है बेटा if A contains n elements, then the number of elements in power set of A is option A n square, B option n factorial, C option 2n, D option 2 raised to n. D, sir. D करना sir. D option याद है कल ਆਪਾਂ पढ़िया सी यह टॉपिक है ना। Yes, sir. चलो थर्ड क्वेश्चन बेटा ਅੱਜ ਇੱਕ ਅਸਾਈਨਮੈਂਟ ਭੇਜੀ ਹੈ ਮੈਂ ਦੇਖੀ ਹੋਣੀ ਹੈ ਤੁਸੀਂ। Yes, sir. ਅੱਜ ਵਾਲੇ ਲੈਕਚਰ ਤੋਂ ਬਾਅਦ ਉਹ ਕੰਪਲੀਟ ਸੋਲਵ ਹੋਣੀ ਸਟਾਰਟ ਹੋ ਜੂਗੀ ਠੀਕ ਹੈ। Okay, sir. Okay, sir. If A and B have n elements, A and B have n elements in common. थोड़ा थोड़ा टफ करांगे बेटा क्वेश्चन ਨੂੰ ਹੁਣ। In common, then the number of elements common to A cross B ਆ मैं पढ़ाया नहीं है वैसे लेकिन क्वेश्चन आ गया विच मैं लिखता था भी B cross A is हले तक ਆਪਾਂ ਕੀਤਾ नहीं है टॉपिक ये n by 2 n square and d n factorial। हाँ जी बेटा वैसे A क्रॉस B ਦਾ मैं मीनिंग ਦੱਸਦਾ ਤੁਹਾਨੂੰ। this is called Cartesian product of sets। suppose करो A set है 1 2 ठीक है ਤੇ B set है 3 4। ਇਸ ਦੀ ਕਾਰਟੀਸ਼ੀਅਨ ਪ੍ਰੋਡਕਟ ਕਰਨੀ ਹੈ ਤੁਸੀਂ ਤਾਂ ਬੇਟਾ ਕੀ ਹੋਊਗੀ ਪਹਿਲਾਂ ਪਹਿਲੇ ਐਲੀਮੈਂਟ ਦੇ ਨਾਲ ਇਹ ਦੋਨੇ ਲਿਖੇ ਜਾਣਗੇ 1 3 ਕੀ ਬਣੂਗਾ ਅਗਲਾ 1 4 2 3 and 2 4। is it clear? is it clear? Yes, sir. Yes, sir. आंसर है सर हाँ जी n स्क्वायर आऊगा बिल्कुल n स्क्वायर आऊगा। डी ऑप्शन ਆਪਾਂ ਕੀ ਲਿਖੀ ਸੀ ਬੇਟਾ n ਫੈਕਟੋਰੀਅਲ ਹੈ ਇੱਥੇ ਠੀਕ ਹੈ n ਫੈਕਟੋਰੀਅਲ n ਸਕੁਅਰ ਇਜ਼ ਦਾ ਆਨਸਰ ਠੀਕ ਹੈ। ਕਿੰਨੇ ਐਲੀਮੈਂਟ ਸੀ ਆਪਣੇ ਕੋਲ ਇਸ ਚ ਕਾਮਨ A and B have n element in common, then the number of elements common to A cross B and B cross A
बेटा आने तो 4 ही है, ठीक है, चाहे A को दो P देख लो, चाहे B को दो C देख लो। नेक्स्ट क्वेश्चन देखो, नेक्स्ट क्वेश्चन, द नंबर ऑफ all possible subsets of 1, 2, 3 is, option is 2, 4, 6 and 8, 6 and 8। 4 देखो बेटा आह एक एलिमेंट कंसीडर होगा, ठीक है, आ भी एक होगा, कितने एलिमेंट हो गए इस च 2 एलिमेंट हो गए, 2 रेज़ टू n ਹੁੰਦਾ है, 2 रेज़ टू 2 आंसर कितना आ जाएगा बेटा अपने को 4 इट विल गिव 4, ठीक है। नेक्स्ट क्वेश्चन बेटा, ये क्वेश्चन कंफ्यूज करने ਲਈ ਪਾਇਆ ਜਾਂਦਾ ਹੈ एग्जाम ਚ, ਜੇ ਬੱਚਿਆਂ ਨੂੰ ਕੰਫਿਊਜ਼ ਕਰਨਾ ਹੋਵੇ। Which of the following is a true statement? Is a true statement? इन्ना चो true statement केड़ी है? This is A belongs to ABC. A is subset of ABC. Phi belongs to ABC. A belongs to AB. Which is true statement? C sir, नहीं C sir, Phi belongs to ABC ਕਿਸੇ ਸੈੱਟ ਦੇ ਵਿੱਚ ਬਿਲੋਂਗ ਥੋੜਾ ਕਰ ਦਿੰਦਾ ਬੇਟਾ, ਸਬਸੈਟ ਹੁੰਦਾ ਉਹ। ਫਿਰ ਸਰ ਇਸ ਦੇ ਵਿੱਚ ਹੋਰ B ਨਹੀਂ ਸਰ, ਉਹਦੇ ਵਿੱਚ ਸਬਸੈਟ ਦੀ ਉਹ ਲੱਗੇਗੀ ਸੈੱਟ ਦੀ ਬੇਟਾ ਨਾ ਤਾਂ A ਸੱਚ ਹੈ, ਠੀਕ ਹੈ, A ਜੇ ਇੱਥੇ ਆਪਣੇ ਕੋਲ ਲਿਖਿਆ A ਨਾਲ ਪਾਈਏ ਬ੍ਰੈਕਟ, ਇਹਦਾ ਮਤਲਬ ਸਬਸੈਟ ਹੋ ਗਿਆ। सबसेट बिलोंग नहीं करता ਹੁੰਦਾ, सबसेट ਹੁੰਦਾ ਹੈ ਤਾਂ सबसेट ਦਾ ਸਿੰਬਲ ਆਣਾ ਚਾਹੀਦਾ ਸੀ ਇਸ ਚ, ਠੀਕ ਹੈ, ਆ ਵੀ ਗਲਤ ਹੈ। A ਐਲੀਮੈਂਟ ਹੈ ਤਾਂ सबसेट ਦੇ ਲਈ ਆ ਹੋਣਾ ਚਾਹੀਦਾ ਸੀ, ਆ ਵੀ ਗਲਤ ਹੈ। फाई बिलोंग्स टू ਨਹੀਂ ਹੁੰਦਾ, फाई सबसेट ਹੁੰਦਾ ਹੈ, ਇਹ ਵੀ ਗਲਤ ਹੈ। A ਕੱਲਾ ਪਿਆ ਵਿੱਚ ਬ੍ਰੈਕਟ ਦੇ ਵਿੱਚ ਪਿਆ, ਇਹ ਵੀ ਗਲਤ ਹੈ, ਸਾਰੀ ਗਲਤ ਨੇ ਸਰ, ਸਾਰੇ ਗਲਤ ਹੈ। E none of these ਸੀ, ਮੈਂ ਲਿਖਿਆ ਨਹੀਂ ਸੀਗਾ ਜਾਣ ਕੇ ਤੁਹਾਡੇ ਤੋਂ ਪੁੱਛਣ ਦੇ ਲਈ। सर डी ऑप्शन किवें दोबारा दसो, डी ਦਾ ਜੀ ਐਲੀਮੈਂਟ ਹੈ ਇਹ, ਦਿਸ ਇਜ਼ ਐਲੀਮੈਂਟ। ਜੇ ਇੱਥੇ ਆ ਲਿਖਿਆ ਹੁੰਦਾ ਨਾ, ਐਂ ਲਿਖਿਆ ਹੁੰਦਾ, ਕਿਉਂਕਿ ਬ੍ਰੈਕਟ ਦੇ ਵਿੱਚ ਦੇਖੋ ਕੀ ਦਿੱਤਾ ਹੋਇਆ, ਇਹ ਦਿੱਤਾ ਹੈ, ਤਾਂ ਇਹ ਐਲੀਮੈਂਟ ਹੈ, ਐਲੀਮੈਂਟ ਬਿਲੋਂਗਸ ਟੂ ਸੈਟ, ਠੀਕ ਹੈ, ਫਿਰ ਤਾਂ ਠੀਕ ਸੀਗਾ। ओके ਹੁਣ ਉਸ ਤੇ ਉਹ ਬ੍ਰੈਕਟ ਨਹੀਂ ਪਾਈ ਹੋਈ ਇਸ ਚ, ਠੀਕ ਹੈ, ਇਸ ਲਈ ਨਨ ਆਫ ਥੀਸ ਹੈ ਜਿਹੜਾ ਇਹ ਮਤਲਬ ਇਸ ਦਾ ਕਰੈਕਟ ਸਟੇਟਮੈਂਟ ਇਹ ਹੈ, true statement. Is it clear? Yes sir. Yes sir. ਇੱਕ ਆ ਪੇਪਰ ਚ ਆਇਆ ਹੋਇਆ ਹੈ, ਟੀਚਿੰਗ ਵਾਲੇ ਪੇਪਰ ਚ ਹੀ ਆਇਆ ਹੋਇਆ ਕੁਐਸਚਨ ਹੈ, consider the following statements. Number 1, A equal to 135 and B equal to 247
are equivalent set. Second statement है A equal to 159 and B equal to 15599 are equal sets. Which of the above statement is या are correct? both. Option A है Sir, second. one दोनों only, ही ट्रू ने, two दोनों only, ही ट्रू। both 1 and 2. बोथ ट्रू ने सर। Sir, both आएगा। हाँ जी, D is neither 1 nor 2. C, sir. C option is the right answer. Is it clear? Yes, sir. चलो next question. Which of the following is a true statement? बेटा ਜਿਹੋ ਜਿਹਾ एग्जाम ਚ ਆਇਆ ਹੁੰਦਾ ਨਾ ਉਹ ਜੇ ਮੈਂ 2-3 ਕੁਐਸਚਨ ਜਾਣ ਕੇ ਕਰਵਾ ਦਿੰਦਾ ਕਿ ਉਹ ਜਿਹਾ ਕੁਐਸਚਨ ਆ ਸਕਦਾ ਠੀਕ ਹੈ ਤਾਂ ਹੀ ਸੇਮ ਪੈਟਰਨ ਦੇ ਕੁਐਸਚਨ ਲੈਂਦਾ ਮੈਂ 2-3 ਇਕੱਠੇ this is a subset of A B C second A belongs to A B C AB subset of A B C D option is AB belongs to A B comma C हाँ जी C, sir. B sir. B sir. केड़ी ऑप्शन बेटा B. B. Sir, मेरी A. ए ਤਾਂ ਦਊਂਗਾ बेटा ए देखो ਇਹ एलिमेंट ਬਣਿਆ ਪਿਆ बेटा दिस इज एलिमेंट नाउ एलिमेंट एलिमेंट डबल होता ब्रैकेट बिलोंग्स होनी टू आना चाहिए थी। चाहिए हाँ जी। गलत है आ वाली ठीक है ठीक है आ भी गलत है ए कोमा बी तो है ही नहीं इस च भी ए कोमा फर्स्ट बी च डबल ब्रैकेट होनी चाहिए सी ना, मतलब किथे फर्स्ट च अगर डबल ब्रैकेट होंदी तां सबसेट हुंदा। हाँ जी डबल ब्रैकेट अगे पाई होंदी तां सबसेट होंदा ठीक है। हाँ जी, ओके। ठीक है भी क्लियर यस सर। नेक्स्ट इज some important results of sets ये बेटा तुसी प्रोबेबिलिटी चैप्टर पढ़िया होगा प्रोबेबिलिटी वाज डिस्कवर्ड आफ्टर दिस चैप्टर प्रोबेबिलिटी ਨੂੰ डिस्कवर ਕੀਤਾ ਗਿਆ ਹੈ ਇਸ ਚੈप्टर ਤੋਂ ਬਾਅਦ ਜੇ ਅਸੀਂ ਨੰਬਰ ਆਫ ਐਲੀਮੈਂਟਸ ਲਿਖਨੇ ਹੋਣ ਬੇਟਾ A ਯੂਨੀਅਨ B ਚ A ਯੂਨੀਅਨ B ਤਾਂ ਕੀ ਹੋਣਗੇ number of element in A
number of element in B minus number of element in A intersection B. Is it clear? Yes, sir. ਇਸ ਨੂੰ ਬੇਟਾ ਬੜੇ ਵਧੀਆ ਢੰਗ ਨਾਲ ਤੁਸੀਂ ਵੈਨ ਡਾਇਗਰਾਮ ਨਾਲ ਵੀ ਸਮਝ ਸਕਦੇ ਹੋ। ਆ ਯੂਨੀਵਰਸਲ ਸੈਟ ਹੈ ਕੋਈ। A union B ਕੀ ਹੈ ਬੇਟਾ? What is A union B? This is A union B, मतलब इकट्ठा लिखना। जे इस च नंबर ऑफ एलिमेंट कढ़ने होन इकट्ठे लिखन च तां नंबर ऑफ एलिमेंट इन A ते नंबर ऑफ एलिमेंट इन B यही आनी चाहिए भी। नंबर ऑफ एलिमेंट लिखने होन यूनियन च। Yes, sir. Yes, लेकिन sir. इस च निगाह मारो एक चीज फालतू आई पई है। आ चीज भी इस च इंक्लूड हुई पई है ना। एक ही चीज है बेटा जिहड़ी विच है Sir, common section. कॉमन सैक्शन है, तो उसनों विचों कढ़ दो, उस चो ते यूनियन बन जाओ। ठीक है, तो इस चो की सर दो बार ऐड हो जाती है तां करके करदे हैं ना। हाँ जी बिल्कुल ठीक है भी। Okay, sir. जे सपोज करो कुछ भी कॉमन ना होए, कुछ भी कॉमन ना होए, तो नंबर ऑफ जे कुछ भी कॉमन ना होए, देखो की है थोड़ा जिहा मैं दोबारा लिख दें। जे A इंटरसैक्शन अपने कोल 5 है तो नंबर ऑफ एलिमेंट्स की होणगे इस च 0। तो बेटा यूनियन किस ते इक्वल आ जाएगी फिर? number of elements A group A set plus number of elements B। ए केड़ी कंडीशन है बेटा? disjoint sir B A to B disjoint डिसजॉइंट सेट्स। ये डिसजॉइंट देते हो तो आ वाली कंडीशन ਅਸੀਂ अप्लाई ਕਰਾਂਗੇ। A and B are disjoint sets। ਇਸੇ ਨੂੰ ਅੱਗੇ ਅਸੀਂ ਅਮੈਂਡਮੈਂਟ ਕਰੀਏ ਨੰਬਰ ਆਫ ਐਲੀਮੈਂਟ ਇਨ A union B union C। ਤਾਂ ਨੰਬਰ ਆਫ ਐਲੀਮੈਂਟ ਇਨ A, yes number of element in B, number of element in C, number of element A intersection B, B intersection C, A intersection C। आ ਤਾਂ ਕੱਢਤਾ, ਐਡ ਕੀ ਹੋਊਗਾ ਬੇਟਾ? ਤਿੰਨਾਂ ਦੀ intersection sir। ਤਿੰਨਾਂ ਦੀ intersection। ਵੈਰੀ ਗੁੱਡ। Is it clear? yes sir हो गया नोट डाउन भी। चलिए आगे। थर्ड, ये बेटा मैं लिखने हो नंबर ऑफ एलिमेंट इन A माइनस B, A माइनस B। मैंने कोई मीनिंग समझा सकता है नंबर ऑफ एलिमेंट इन A माइनस B? ਹਾਂਜੀ ਸਰ ਮਤਲਬ A ਤੇ B ਆ ਨਾ ਆਪਣੇ ਕੋਲ, ਹਾਂਜੀ ਤਾਂ ਉਹਦੇ ਵਿੱਚ B ਮਤਲਬ ਓਨਲੀ A ਆ, ਤਾਂ ਓਨਲੀ A ਦੇ ਵਿੱਚ ਕੀ ਆ ਜਾਏਗਾ, ਮਤਲਬ ਇੰਟਰਸੈਕਸ਼ਨ ਵਾਲਾ ਪਾਰਟ ਮਤਲਬ ਉਹ ਮਾਈਨਸ ਹੋ ਜਾਏਗਾ ਨਾ। आ A ਤੇ B हो गया, A ਚੋਂ ਇੰਟਰਸੈਕਸ਼ਨ ਵਾਲਾ ਪਾर्ट ਮਾਈਨਸ ਹੋ ਜਾਏਗਾ। आह A माइनस B हो गया ਤੁਹਾਡੇ ਕੋਲ। ਹਾਂਜੀ ठीक है, A ਦੇ ਉਹ ਐਲੀਮੈਂਟ ਜਿਹੜੇ B ਚ ਹੈ ਨਹੀਂ। ठीक है, ਜਿਹੜੇ B ਚ ਹੈ ਨਹੀਂ ਤਾਂ ਕੀ ਲਿਖਾਂਗੇ? number of elements A minus number of elements A intersection B। A intersection B। Very good। Is it clear? जे बेटा इस च मैं लिखना हुए N A minus B plus N A intersection B
ਤੇ ਟੋਟਲ ਕੀ ਬਣੂਗਾ ए सर बेटा इंटरसेक्शन वाला पार्ट भी ऐड हो गया की बन गया ਹਾਂਜੀ टोटल ਟੋਟਲ ਬਣ ਗਿਆ ਹਾਂਜੀ A एन ए बन गए क्लियर है बेटा तो सारा कुछ बेटा इत्थों कढ सकते हो तुसी ठीक है वेन डायग्राम तो नंबर ऑफ एलिमेंट इन ए सिमेट्रिक डिफरेंस बी number of element in A number of element in B minus double number of element of A intersection B क्या भी क्योंकि A माइनस B B माइनस A है ना दो बारी हो गया उस च तो जेड़ा कॉमन पार्ट है उसमें ਅਸੀਂ ਕੀ ਕਰਾਂਗੇ सबट्रैक्ट करेंगे इज इट क्लियर बेटा yes sir चलिए आगे Sir, can you explain this one by Venn diagram? हाँ बेटा A माइनस B ਤੇ B माइनस A ਦੋਨੇ ਬਣਾ ਲਓ A माइनस B ਵੀ ਬਣਾ ਲਓ ਆਪਾਂ ਪਿੱਛੇ ਸਟਾਰਟਿੰਗ ਚ ਬਣਾਈਏ ਦੇਖੋ ਸਰ ਜੇ ਯੂਨੀਅਨ ਦੇ ਵਿੱਚ ਮਾਈਨਸ ਵੀ ਹੋ ਜਾਂਦਾ ਨਾ ਇੰਟਰਸੈਕਸ਼ਨ हाँ हाँ बिल्कुल हो जाता ਐਲੀਮੈਂਟਸ A ਯੂਨੀਅਨ B ਉੱਤੇ ਯੂਨੀਅਨ ਦਾ ਫਾਰਮੂਲਾ ਫਿਲ ਹੋ ਜਾਏਗਾ हाँ जी हाँ जी हाँ जी ਤਾਂ 2 ਟਾਈਮਸ ਆ ਜਾਏਗਾ 2 ਇੰਟਰਸੈਕਸ਼ਨ टाइम्स आ जाऊगा बेटा आ ਹੁੰਦਾ सिमेट्रिक डिफरेंस देखो आ ਹੁੰਦਾ ना हाँ जी सर ठीक है ठीक ਆ ਇਸ ਦੇ ਵਿੱਚ ਵੀ ਆ ਗਿਆ ਇੰਟਰਸੈਕਸ਼ਨ ਇਸ ਚ ਵੀ ਯੂਨੀਅਨ ਦੇ ਆ ਤਾਂ ਕੀ ਹੋ ਗਿਆ P Q ਯੂਨੀਅਨ Q P ਬਸ ਆਹੀ ਲਿਖਿਆ ਉੱਥੇ ਆਪਾਂ Okay sir. ਉਸ ਚੋਂ ਮਾਈਨਸ ਕਰ ਦਿੱਤਾ ਬੇਟਾ ਜਿਹੜਾ ਕਾਮਨ ਪਾਰਟ ਹੈ ਦੋਨਾਂ ਚ ਕਾਊਂਟ ਹੋਇਆ ਹੋਇਆ Okay sir. ठीक है लो क्वेश्चन लिखो एक भी राइट डाउन वन क्वेश्चन question is in a survey it was found that 63% Indians like apples and 76% like oranges how many Indians like both 13% 6.5% 39% 19.5% C sir. C sir. C 39% 39% ਓਕੇ ਇਹ ਜੇ ਕੁਐਸਚਨ ਚ ਬੇਟਾ ਇੱਕ ਚੀਜ਼ ਮੈਨੂੰ ਦੱਸੋ ਕਿ ਯੂਨੀਅਨ ਕੀ ਕੰਸੀਡਰ ਹੁੰਦੀ ਹੈ 100% ਸਰ ਹਾਂਜੀ ਬਿਲਕੁਲ 100% ਹੁੰਦੀ ਹੈ ਤਾਂ NA ਕਿੰਨਾ ਹੈ ਆਪਣੇ ਕੋਲ 63 NB 76 76 ਤਾਂ बेटा NA इंटरसेक्शन B किया गया 139 63 plus 76 minus 100 this is 39 or you can say 39% clear बेटा यस सर लिख लो नेक्स्ट क्वेश्चन है
in a group of 1000 persons, 750 can speak English, and 400 can speak Hindi. How many persons can speak Hindi only? ऑप्शन है बेटा तो कोल 150, 250, 350 and 600. Do it. सपोज करो कि बेटा ए है सेट ऑफ पर्सन हु स्पीक इंग्लिश, ਸਰ 250 ਜੀ। बी है जेडे हाँ जी 250 बिल्कुल, बी है सेट ऑफ पर्सन हु कैन स्पीक हिंदी। तो बेटा एन ए यूनियन बी की है एन ऑफ ए 1000, हाँ जी एन ए इज व्हाट, 750, एन बी इज व्हाट, 400, 400। तो बेटा एन ए इंटरसेक्शन बी, हाँ जी एन ए इंटरसेक्शन बी, इंटरसेक्शन एन ऑफ ए एन प्लस एन बी, बी, हाँ जी माइनस एन ए यूनियन बी। पुट कर दो बेटा वैल्यूज, 750 प्लस 400 माइनस 1000, 150 है 150। करना की है बेटा, ओनली ए मतलब ओनली हिंदी, ओनली हिंदी हाँ जी आ कर दो बच्चों, हाँ ठीक जी है, इंटरसेक्शन माइनस हो गई, माइनस इंटरसेक्शन हो जाएगी और की, ठीक है भी। Yes, sir. So like that you have to solve the questions, आई क्वेश्चन सॉल्व करने हैं, ठीक है। कल बेटा ਆਪਾਂ ਇਸ ਦਾ ਗ੍ਰੈਜੂਏਸ਼ਨ ਵਾਲਾ ਪਾਰਟ ਸਟੱਡੀ ਕਰਾਂਗੇ, ਠੀਕ ਹੈ। ਜੇ ਅੱਜ ਆਪਾਂ ਸਟਾਰਟ ਕਰਦੇ ਹਾਂ ਤਾਂ ਇਹ ਕੰਪਲੀਟ ਨਹੀਂ ਹੋਣਾਗਾ, ਠੀਕ ਹੈ, ਠੀਕ ਹੈ ਵੀ। Yes, sir. Okay. ਤਾਂ ਇਸ ਲਈ ਅੱਜ ਇੱਥੋਂ ਤੱਕ ਹੀ ਕਰਾਂਗੇ ਆਪਾਂ, ਅੱਜ ਥੋੜਾ ਜਿਹਾ 10 ਮਿੰਟ ਪਹਿਲਾਂ ਕਲਾਸ ਖਤਮ ਕਰਾਂਗੇ, ਠੀਕ ਹੈ बेटा। जे कल पॉसिबल हो सकिया तो एक्स्ट्रा क्लास जे लगनी हुई तो थोड़ा ध्यान रख लियो, ग्रुप च मैं पाऊंगा, ठीक है लिंक। ओके सर। जे लगनी हुई नहीं तो शाम नू तो लगनी है, जे कोई एक्स्ट्रा क्लास हुई, क्योंकि ना मैं सोच रहा है कि कंप्लेक्स नंबर वगैरह तो एक एक्स्ट्रा क्लास लिखी जाए। यस सर। Okay, sir.